ਧੰਨ ਵਾਹਿਗੁਰੂ ਸਾਹਿਬ ਜੀਓ। ਰਾਮ ਨਾਮ ਉਰ ਮੈਂ ਗਇਓ, ਜਾਂ ਕੈ ਸਮ ਨਹੀਂ ਕੋਇ। ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਰਾਮ ਨਾਮ ਉਰ ਮੈਂ ਗਇਓ, ਜਾਂ ਕੈ ਸਮ ਨਹੀਂ ਕੋਇ। ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬੀ ਮਿਲਾਪ ਦੀ ਲੋਚਾ ਲੈ ਕੇ ਜਗਿਆਸੂ ਗੁਰੂ ਕੋਲ ਆਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਵਨ ਸਲੋਕਾਂ ਰਾਹੀਂ ਮਨੁੱਖ ਨੂੰ ਇੱਕ ਗੱਲ ਸਮਝਾਈ, ਜੇ ਆਪਣਾ ਜੀਵਨ ਅਕਾਰਥ ਤੋਂ ਸਾਕਾਰਥ ਕਰਨਾ ਚਾਹੁੰਦਾ ਹੈ, ਤੈਨੂੰ ਗੋਬਿੰਦ ਦੇ ਗੁਣ ਗਾਉਣੇ ਪੈਣਗੇ। ਔਰ ਇਕੱਲਾ ਗਾਉਣਾ ਹੀ ਨਹੀਂ ਹੈ, ਉਹਨਾਂ ਗੁਣਾਂ ਨੂੰ ਆਪਣੇ ਚਿੱਤ ਵਿੱਚ ਵਸਾਉਣਾ ਵੀ ਹੈ। ਗੁਰਬਾਣੀ ਵਿੱਚ ਬਹੁਤ ਵਾਰੀ ਆਪਾਂ ਇਹ ਜ਼ਿਕਰ ਪੜ੍ਹਨੇ ਹੈ, ਜੇ ਇਕੱਲਾ ਗਾਇਆ ਹੀ ਹੈ ਪਰ ਵਸਾਇਆ ਨਹੀਂ, ਮਾਲਕ ਦੀਆਂ ਨਜ਼ਰਾਂ ਵਿੱਚ ਕਬੂਲ ਨਹੀਂ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਗਾਇਆ ਤਾਂ ਬਹੁਤ ਹੈ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਇਹਨਾਂ ਰੋਏ ਕਿਆ ਕੀਜੈ। ਮੇਰੇ ਵਰਗਾ ਸਾਰੀ ਜ਼ਿੰਦਗੀ ਰੱਬੀ ਗੁਣ ਗਾਉਂਦਾ ਹੈ, ਕਥਾ ਕਰਦਾ ਹੈ, ਪਰ ਜੇ ਇਕੱਲਾ ਗਾਇਆ ਵਸਾਇਆ ਨਹੀਂ, ਕਬੂਲ ਨਹੀਂ ਹੋਣਾ। ਅੰਦਰ ਵਸਾਉਣਾ ਵੀ ਪੈਣਾ ਹੈ, ਉਹਨਾਂ ਗੁਣਾਂ ਨੂੰ ਅੰਦਰ ਵਸਾਉਣਾ ਵੀ ਪੈਣਾ ਹੈ। ਜਦੋਂ ਉਹ ਗੁਣ ਅੰਦਰ ਵਸਾਏ ਤੇ ਪਤਾ ਲੱਗਿਆ, ਜੇ ਪ੍ਰਭੂ ਮਿਲਾਪ ਦੀ ਲੋਚਾ ਰੱਖਣਾ, ਤੇਰੀ ਪ੍ਰੀਤ ਮੱਛੀ ਵਰਗੀ ਹੋਣੀ ਚਾਹੀਦੀ ਹੈ। ਜੇ ਪ੍ਰਭੂ ਮਿਲਾਪ ਦੀ ਲੋਚਾ ਰੱਖਣਾ, ਤੇਰੀ ਵਫਾਦਾਰੀ ਇੱਕ ਕੂਕਰ ਵਰਗੀ ਹੋਣੀ ਚਾਹੀਦੀ ਆਪਣੇ ਮਾਲਕ ਦੇ ਨਾਲ। ਇਹਨਾਂ ਗੁਣਾਂ ਨੂੰ ਧਾਰਨ ਕਰ। ਜਦੋਂ ਇਹ ਗੁਣ ਜੀਵਨ ਵਿੱਚ ਆਉਣਗੇ, ਫਿਰ ਪਤਾ ਲੱਗੇਗਾ ਵੀ ਜਗਤ ਦੀ ਰਚਨਾ ਤੇ ਝੂਠ ਹੈ। ਇਹ ਤੇ ਜੜ ਤੇ ਪੈਦਾ ਹੋਏ ਬੁੱਧ ਦੇ ਵਰਗੀ ਹੈ। ਜਗਤ ਦੀ ਰਚਨਾ ਤੇ ਇੱਕ ਬਾਰੂਦੀ ਭੀਤ ਹੈ। ਜਗਤ ਦੀ ਰਚਨਾ ਤੇ ਇੱਕ ਸੁਪਨਾ ਤੇ ਪੇਖਣਾ ਵਰਗੀ ਹੈ। ਪਤਾ ਲੱਗਿਆ ਔਰ ਇਹ ਅਹਿਸਾਸ ਹੋ ਗਿਆ ਵੀ ਦੁਨੀਆ ਵਿੱਚ ਤੇਰਾ ਸੱਚਾ ਸਾਥੀ ਕੌਣ ਹੈ। ਜਦੋਂ ਮੁਸੀਬਤ ਪੈਣੀ ਹੈ, ਔਖੀ ਘੜੀ ਬਣਨੀ ਹੈ, ਉਦੋਂ ਸੰਗ ਸਖਾ ਸਭ ਤਜ ਗਏ। ਉਦੋਂ ਕਿਸੇ ਨੇ ਨਹੀਂ ਆਉਣਾ, ਇੱਕੋ ਇੱਕ ਆਵੇਗਾ, ਉਹ ਹੋਏਗਾ ਵਿਪਤ ਮੈਂ ਟੇਕ ਏਕ ਰਘੁਨਾਥ ਹੋਣਾ ਹੈ। ਕਿਸੇ ਵੀ ਵਿਪਤਾ ਵਿੱਚ ਜਿਹੜੀ ਟੇਕ ਹੈ ਉਹ ਪਰਮੇਸ਼ਰ ਦੀ ਹੈ, ਉਸੇ ਨਹੀਂ ਕੰਮ ਆਉਣਾ ਹੈ। ਹੁਣ ਪਤਾ ਲੱਗ ਗਿਆ, ਹਉਮੈ ਤਜ ਦਿੱਤੀ, ਜਿਨ੍ਹਾਂ ਚੀਜ਼ਾਂ ਤੇ ਹਉਮੈ ਖੜੀ ਕਰੀ ਹੋਈ ਸੀ। ਪਤਾ ਲੱਗਿਆ ਜਗਤ ਤੇ ਭਿਖਾਰੀ ਹੈ। ਭਿਖਾਰੀਆਂ ਤੇ ਕਾਹਦਾ ਮਾਣ ਕਰਨਾ ਹੈ, ਭਿਖਾਰੀ ਕਾਹਦਾ ਹੰਕਾਰ ਕਰਨਗੇ। ਹੰਕਾਰ ਟੁੱਟ ਗਿਆ, ਹਉਮੈ ਤਜ ਦਿੱਤੀ, ਕਰਤਾ ਰਾਮ ਦੀ ਪਛਾਣ ਹੋ ਗਈ। ਹੁਣ ਜਦੋਂ ਪਹਿਚਾਣ ਆ ਜਾਏ ਤੇ ਯਾਦ ਰੱਖਿਓ, ਫਿਰ ਮਨੁੱਖ ਕਦੇ ਕੂੜ ਦਾ ਵਪਾਰੀ ਨਹੀਂ ਬਣਦਾ।
ਫਿਰ ਉਹ ਸੱਚ ਦਾ ਵਣਜਾਰਾ ਬਣ ਜਾਂਦਾ ਹੈ। ਫਿਰ ਉਹ ਮਾਲਕ ਨੂੰ ਆਪਣੇ ਹਿਰਦੇ 'ਚ ਵਸਾ ਲੈਂਦਾ ਹੈ। ਅੱਜ ਇਸ ਸਲੋਕਾਂ ਦੇ ਸਫ਼ਰ ਵਿੱਚੋਂ ਆਪਾਂ ਆਖਰੀ ਸਲੋਕ ਜਾਂ ਇਉਂ ਕਹਿ ਲਈਏ ਵੀ ਇਸ ਮੰਜ਼ਿਲ ਤੇ ਪਹੁੰਚ ਗਏ ਹਾਂ। ਸਤਿਗੁਰੂ ਨੇ ਇਸ ਸਲੋਕ ਵਿੱਚ ਪੈਦਾ ਹੋਈਆਂ ਇਸ ਸਫ਼ਰ ਦੇ ਦਰਮਿਆਨ ਸਮੁੱਚੀਆਂ ਮੁਸ਼ਕਲਾਂ ਨੂੰ ਹੱਲ ਕਰਕੇ ਜਿਹੜੀ ਪ੍ਰਾਪਤੀਆਂ ਹੋਈਆਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਕੀ ਪ੍ਰਾਪਤੀਆਂ ਹੋਈਆਂ ਨੇ? ਸਭ ਤੋਂ ਪਹਿਲੀ ਗੱਲ, ਮਾਲਕ ਦਾ ਨਾਮ ਹਿਰਦੇ 'ਚ ਵਸ ਗਿਆ। ਬਹੁਤਾਤ ਸੰਸਾਰ ਹੈ ਜਿਨ੍ਹਾਂ ਨੂੰ ਯਾਦ ਵੀ ਹੋਵੇਗੀ ਬਾਣੀ, ਜਿਨ੍ਹਾਂ ਦੇ ਕੰਨਾਂ ਤੱਕ ਵੀ ਜਾਂਦੀ ਹੋਵੇਗੀ ਬਾਣੀ, ਜਿਨ੍ਹਾਂ ਦੇ ਬੁੱਲ੍ਹਾਂ ਨੂੰ ਵੀ ਛੂੰਹਦੀ ਹੋਵੇਗੀ ਬਾਣੀ, ਜਿਨ੍ਹਾਂ ਦੀ ਜ਼ੁਬਾਨ ਵੀ ਗਾਉਂਦੀ ਹੋਵੇਗੀ ਬਾਣੀ, ਪਰ ਕੋਈ ਵਿਰਲਾ ਹੋਵੇਗਾ ਜਿਹਦੇ ਹਿਰਦੇ 'ਚ ਬਾਣੀ ਵਸੀ ਹੋਵੇਗੀ। ਸਤਿਗੁਰੂ ਨੇ ਬੜੇ ਪਿਆਰੇ ਬਚਨ ਬਖਸ਼ਿਸ਼ ਕੀਤੇ ਨੇ। ਕਹਿਣ ਲੱਗੇ ਤੂੰ ਅੰਦਰੋਂ ਗੱਲ ਸ਼ੁਰੂ ਕਰ। ਸਿੱਖ ਦੀਆਂ ਨਿਸ਼ਾਨੀਆਂ ਦੱਸੀਆਂ ਨੇ ਗੁਰਸਿੱਖ ਦੀਆਂ, ਗੁਰੂ ਅਮਰਦਾਸ ਜੀ ਨੇ, ਔਰ ਉਹ 'ਚ ਸਾਰੀ ਘਟਨਾ ਜਿਹੜੀ ਹੈ, ਸਾਰੀ ਜਿਹੜੀ ਕਹਾਣੀ ਵਾਪਰਦੀ ਉਹ ਅੰਦਰ ਦੀ ਵਾਪਰਦੀ ਹੈ। ਜੇ ਕੋ ਸਿੱਖ ਗੁਰੂ ਸਿੱਟੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹੇ ਪਰਨੇ, ਗੁਰ ਬਿਨ ਅਵਰ ਨਾ ਜਾਣੇ ਕੋਈ। ਕਹੈ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। 6 ਨਿਸ਼ਾਨੀਆਂ ਨੇ, ਕਦੇ ਵਕਤ ਮਿਲਿਆ ਫਿਰ ਗਾਵਾਂਗੇ। ਅੰਤਰ ਗੁਰ ਆਰਾਧਨਾ, ਅੰਦਰੋਂ ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਹਿਰਦੇ 'ਚ ਆਪਣੇ ਸੁਭਾਅ ਦਾ ਅੰਗ ਬਣਾ ਲੈ। ਹਿਰਦੇ 'ਚ ਵਸਾਉਣ ਦਾ ਅਰਥ ਹੈ ਆਦਤ ਹੀ, ਨੇਚਰ ਹੀ, ਸੁਭਾਅ ਹੀ ਗੁਰਬਾਣੀ ਦੇ ਅਨੁਸਾਰ ਹੀ ਹੋ ਜਾਏ। ਜੋ ਗੁਰਬਾਣੀ ਕਹਿੰਦੀ ਹੈ ਉਸੇ ਤਰ੍ਹਾਂ ਦਾ ਬੋਲ ਚਾਲ, ਉੱਠਣ ਬੈਠਣ, ਖਾਣ ਸੌਣ ਸਭ ਕੁਝ ਉਵੇਂ ਦਾ ਬਣ ਜਾਏ। ਹਿਰਦੇ 'ਚ ਵਸ ਗਿਆ। ਉੜ ਧਾਰੇ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਅਪਰਸ਼ ਸਗਲ ਨਿਸਤਾਰੈ। ਉੜ ਧਾਰੇ ਜੋ ਅੰਤਰ ਨਾਮ, ਜਾਂ ਕੋ ਆਏ ਸੋਈ ਬਿਹਾਜੋ। ਹਰ ਗੁਰ ਤੇ ਮਨੇ ਬਸੇਰਾ। ਜਿਸ ਕਾਰਜ ਲਈ ਆਇਆ ਉਹਨੂੰ ਇਕੱਠਾ ਕਰ, ਪਰ ਆਪਣੇ ਹਿਰਦੇ ਵਿੱਚ ਅੰਦਰ ਤਾਂ ਰੱਖ ਸਕਨੇ ਜੇ ਗੁਰੂ ਕਿਰਪਾ ਕਰ ਦੇਵੇ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੋਏਗੀ, ਰਹਿਮਤ ਹੋਏਗੀ। ਹਿਰਦੇ ਤਿੰਨ ਸਮਾਣੀ, ਹਿਰਦੇ ਵਿੱਚ ਉਹਨਾਂ ਦੀ ਸਮਾ ਸਕਣੀ ਹੈ, ਅੰਦਰ ਉਹਨਾਂ ਦੀ ਸਮਾ ਸਕਣੀ ਹੈ, ਸੁਭਾਅ ਉਹਨਾਂ ਦਾ ਹੀ ਉਹੋ ਜਿਹਾ ਬਣਨਾ ਹੈ। ਛੋਟਾ ਜਿਹਾ ਦ੍ਰਿਸ਼ਟਾਂਤ, ਜਿਸ ਦਿਨ ਬਾਬੇ ਲਹਿਣੇ ਨੇ ਮੱਥਾ ਟੇਕਿਆ ਸਭ ਕੁਝ ਭੁੱਲ ਗਏ। ਇੱਕ ਵੀ ਚੀਜ਼ ਬਾਬੇ ਲਹਿਣੇ ਦੇ ਜੀਵਨ ਵਿੱਚੋਂ 7 ਸਾਲਾਂ ਵਿੱਚੋਂ ਉਹ ਨਹੀਂ ਕੱਢ ਸਕਦੇ ਜਿਸ ਦਿਨ ਉਹਨਾਂ ਨੇ ਆਪਣੀ ਮਰਜ਼ੀ ਪ੍ਰਗਟਾਈ ਹੋਵੇ ਤੇ ਗੁਰੂ ਨਾਨਕ ਦੀ ਮਰਜ਼ੀ ਦਾ ਕਿਤੇ ਵਿਰੋਧ ਕੀਤਾ ਹੋਵੇ। ਇਵੇਂ ਦਾ ਸੁਭਾਅ ਬਣ ਜਾਣਾ, ਸਮਰਪਿਤ ਹੋ ਜਾਣਾ ਗੁਰੂ ਨੂੰ। ਸਤਿਗੁਰੂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਨੇ, ਸਭ ਕਹਿੰਦੇ ਨੇ ਸਭ ਤੋਂ ਪਹਿਲੀ ਪ੍ਰਾਪਤੀ ਰਾਮ ਨਾਮ ਉਰ ਮੈਂ ਗਇਓ। ਰਾਮ ਦੇ ਨਾਮ ਨੂੰ, ਪਰਮੇਸ਼ਰ ਦੇ ਨਾਮ ਨੂੰ, ਵਾਹਿਗੁਰੂ ਦੇ ਨਾਮ ਨੂੰ ਹਿਰਦੇ 'ਚ ਵਸਾ ਲਿਆ, ਅੰਦਰ ਵਸਾ ਲਿਆ। ਅੰਦਰ ਕੇਵਲ ਪਰਮੇਸ਼ਰ ਦਾ ਨਾਮ ਹੈ। ਹੁਣ ਅੰਦਰ ਵਿਕਾਰ ਵੀ ਨਹੀਂ, ਹੁਣ ਅੰਦਰ ਹਉਮੈ ਵੀ ਨਹੀਂ, ਹੁਣ ਅੰਦਰ ਮੋਹ ਮਮਤਾ ਵੀ ਨਹੀਂ, ਅੰਦਰ ਕੇਵਲ ਨਿਰੰਕਾਰ ਹੈ। ਛੋਟੀ ਜਿਹੀ ਕਰਸ ਕਰਾਂ।
एक फकीर दे कोल कोई नौजवान चला गया, कहंदा बाबा मैनू दसो मैं अपने विच की पावां, किहड़े मंत्र जपां, किहड़ी पूजा पाठ करां, मेरे अंदर रब वस जाए। फकीर खिड़खड़ा के हसिया, बहुत हसिया। नौजवान ने आख्या शायद मेरी गल समझ नहीं लगी। उन्हें अपनी गल दोहराई। फकीर फिर बहुत गहरा हसिया। नौजवान कहन लगा बाबा मैनू समझ नहीं लगी तेरी गल दी। कहन लगे पुत्र संसार ही कुछ कर रहा है, अंदर पाउना कुछ नहीं, अंदरों ते कड्ढना है। जिस दिन तू अंदरों कढ़ दिता ना, तू काम नू, क्रोध नू, लोभ नू, मोह नू, हंकार नू जिस दिन अंदरों कढ़ दिता, जो बाकी बचेगा वो रब ही होएगा। रब ते कढ़ ही नहीं सकता तू। सच करके जाने हो, राम नाम उर मैं गए हो, हिरदे च वसा लिया, अंदर वसा लिया। कदे कदाई कोई कोशिश करके देखियो भी एकांत विच बैठ के मन जड़ियां सोचां सोचता रहा, अद्धा घंटा पौना घंटा उन्हें जो कुछ सोचिया वो एक बारी कागज ते लिख के देखियो। ईमानदारी नाल अपने आपे कोलों नहीं पढ़िया जाना। मैं इहो जी सोच दा मालक है। जिन्हां दे अंदर रब वस गया वो पूर्ण मनुख बन गए। उन्हां दी तकनी रब वर्गी, उन्हां दा सोचना, उन्हां दा विचारना, उन्हां दा बोलना, उन्हां दा वर्त विहार रब वर्गा बन गया। रूप राम ते जान बन गए हो, रब दा रूप बन गए, परमेश्वर दा रूप बन गए। ये कोई जरूरी नहीं, एक छोटी छोटी अर्जा मैं करता जा रहा हैं ताकि गल का पता लग जाए। एक टीचर बड़ा सियाना सी, उन्हें अपने विद्यार्थियों को दिता, कह लगे कल नूं तुसीं एक पेंटिंग बना के लेके आनी है, रब की तस्वीर बना के लेके आनी है। जिहड़ा जिहड़े देवी देवते नूं मनदा सी, जिहनूं मनदा सी, उही जिहियां पिक्चरां बना के तस्वीरां बना के लेके आ गया। कोई मंदिर दी, कोई गुरुद्वारे दी, कोई मस्जिद दी, कोई किसी मढ़ी दी, कोई किसी मसीत दी, कोई किसी देवी देवते दी। एक लड़की बड़ी सियानी सी, उन्हें कुछ पिंगलवाड़े दे, उन्हें कुछ कुदरत दे, उन्हें कुछ पहाड़ां दे, उन्हें कुछ दरख्तां दे, फुल्लां दे कई कुछ चित्र बना के एक सांझी जी तस्वीर बना लियांदी। सबना दियां देखियां तस्वीरां। टीचर ने पूछा पुत तू एक ही बना के लेके आई है? कहन लगी मैनू लग्या भी अज जदों फुल खिड़दे ना रब हसदा है। मैनू लगता है जदों कोई गरीब रोंदा है तो रब दे अखां विच अथरू आउंदे ने इन्हां नूं संभालण दी, रब इन्हां च वसदा है। मैनू नहीं लग्या भी किसी इट्टां पत्थरां विच वसदा है, मैनू नहीं लग्या भी किसी धार्मिक ग्रंथां दी गल है। उतों तां असीं सिੱਖ के आउणा है। जिहनूं कुदरत विचों कादर ना दिसिया उहने इट्टां चों भी लभ नहीं पाउणा। टीचर ने घुट के बच्ची नूं सीने लाया, धीए माण है मैनू तेरे उत्ते। मैं गल तां सुनाई है, तुसी देखो कदे साडा मैं उन्हां च मैं भी है। साडा वर्त विहार गुरुद्वारा साहिब विच किहो जिहा हुंदा है, पर घर जाके देखो किहो जिहा हुंदा है। बहुते घरां च कलेश है। जे मैं घरां च अपने जीआं विच रब देखण लग पावां ते मैनू माफ़ करियो, फिर मैनू घर दे विच कलेश नहीं रहेगा। असी घरां च नहीं, साडी जिंदगी उही जी रहनी साडी घरां च नहीं है जिहो जी रहनी साडी धार्मिक स्थानां ते हुंदी है, क्योंकि उत्थे असी रब नहीं वेखदे। राम नाम उर मैं गए हो, जां कै सम नहीं कोई, जिहदे बराबर होर कोई भी नहीं। पहला पता नहीं सी मैनू, हुण पता लग्या जदों बाणी पढ़ी। सतगुरु आखदे ने
नावन को तीर्थ घने मन बौरा रे, पूजन को बहुदेव कहो कबीर छूटन नहीं मन बौरा रे। छूटन हर की सेब, नहाउण लई तीर्थ बथेरे ने, पूजन लई देवी देवते बथेरे ने, पर जीवन जे जीवन की मुक्ति चाहुंदा है ना, जे चाहुंदा मैं रब विच अभेद हो जा, फिर उहदे बराबर होर कोई भी नहीं है। परमेश्वर दे बराबर होर कोई भी नहीं। पता होण लग्या कोट कोटी मेरी आरजा, पवन पियन अपे आओ, चंद सूरज दोए गुफे ना देखा, सुपने सौन ना थाऊं, भी तेरी कीमत ना पवै, हों केवड आखा नाऊं। तेरे बराबर कोई किमें हो सकता है। कबीर सात समुंदर मस करो, मस कहंदे ने स्याही नूं, कदम करो बन राए, बसदा कागज जो करो, हर जस लिखन ना जाए। तेरे बराबर होर कौन हो सकता है। जो कुछ देखते हैं वो एक दिन विनस जाएगा। और ये सिलसिला कितनी बारी चलता आया, कई बार पसरियो पासार, सदा सदा एक एक अंकार। बाणी पढ़ के फैसला करना है। मैं ते हैरान है, बहुत बारी अर्ज करना है। जपजी साहिब गुरु नानक साहिब की पवित्र रचना, पहले गुरु की गुरु ग्रंथ साहिब च पहले नंबर ते है। ते जदों खंडे बाटे की पौड़ दी जाती उदों भी पहले नंबर ते पढ़ी जाती, नितनेम विच भी पहले नंबर ते पढ़ी जाती। पर दुनिया भर चो जपजी साहिब के नाम से कोई सोसाइटी नहीं है। सोहला साहिब मनुख बहुत पढ़ता है, सोहला साहिब के नाम से कोई सोसाइटी नहीं। आनंद साहिब हर दीवान की समाप्ति ते है, पर आनंद साहिब की कोई सोसाइटी नहीं दुनिया च। सिर्फ सोसाइटियां ने तो कली सुखमनी साहिब दियां सोसाइटियां ने, जिहड़ी बाणी के नां ते इन्नियां सोसाइटियां बनियां, इन्नी बाणी लोगों ने गाई, संगतां ने गाई, पर उहदे विचों भी अजी कुछ सिख नहीं सके। बहुत शास्त्र बहुत सिमरती, पेखे सर्ब ढंढोल, पूजस नाही हर हरे, नानक नाम अमोल। रब दे बराबर कोई है ही नहीं। फिर किस गल दी भटकना, क्यों साडे जीवन विच दुबदा है, क्यों साडे जीवन विच विश्वास नहीं। साहिब मेरा एको है, एको है भाई एको है। मैनूं विश्वास हो जाए वाहिगुरू जी तेरी बराबरी करने वाला होर कोई नहीं। जाप ताप ज्ञान सब ध्यान, खट शास्त्र सिमरत बखियान, जोग अभ्यास कर्म धर्म क्रिया, सगल त्याग बन मदे फिरिया। अनक प्रकार किए बहु जतना, पुण्य दान हौमै बहु रतना। शरीर कटाए हौमै कर राती, वर्त नेम करे बहु भांति। नहीं तुल, तुल का मतलब होंदा बराबर। नहीं तुल राम नाम विचार, नानक गुरमुख नाम जपिए एक बार। किते मालिक दे चरणों विच जुड़ के एक बारी भी अपनी जुबानों वाहिगुरू कह दवें, तेरी समुची घालना उन्हां जंगलों विच फिरन वालियां दी, भुखियां रहन वालियां दी, नंगे रहन वालियां दी, उन्हां सारियां तो उत्तम गति मनी जाएगी। यदि बराबरता कोई नहीं कर सकता। बनारसी तप करे उल्ट, तीर्थ मरे अगन दहे, काया कल्प कीजै, असमेत जग कीजै, सोना गर्भ दान दीजै, राम नाम सर तऊ न पूजै। कहते किसी तीर्थ से जाके आरे नाल अपने आप को चरवा लवे, बेअंत सोना चांदी तक दान कर दे, बहुत कुछ कर लवे इहो जे कर्म कांड। पर सतगुरु आखते ने, कहते रब दे नाम दे बराबर फिर भी नहीं कोई पहुँच सकता। उहदे नाम विच एडी वड्डी ताकत है। नौ तेरा निरंकार है, नाए लैं नरक ना जाइए। उहदे नाम विच एडी वड्डी ताकत है। आपी ने आप साजियो, आपी ने रचियो नाओ, दोई कुदरत साजी है, कर आसन डिठो जाओ। उहदे नाम विच कल्ला एक नाम है। जिंदगी का किहड़ा कोना है जिहड़ा इस नाम ने नहीं रुशनाया।
ਨਾਮ ਹੀ ਔਖਦ ਬਣ ਜਾਂਦਾ ਹੈ, ਨਾਮ ਹੀ ਸਹਾਰਾ ਬਣ ਜਾਂਦਾ ਹੈ, ਨਾਮ ਹੀ ਅੰਮ੍ਰਿਤ ਬਣ ਜਾਂਦਾ ਹੈ। ਕਿਹੜਾ ਪੱਖ ਹੈ ਜਿਹੜਾ ਜ਼ਿੰਦਗੀ ਦਾ? ਨਾਮ ਹੀ ਪਹਿਨਣ ਬਣ ਜਾਂਦਾ ਹੈ, ਨਾਮ ਹੀ ਖਾਣ ਬਣ ਜਾਂਦਾ ਹੈ, ਨਾਮ ਹੀ ਰੱਬ ਬਣ ਜਾਂਦਾ ਹੈ। ਹਰ ਸਿਮਰਨ ਮੈਂ ਆਪ ਨਿਰੰਕਾਰ। ਕੋਈ ਪੱਖ ਦੇਖੋ ਤੇ ਸਹੀ ਜਿਹਦਾ ਹੱਲ ਨਾਮ ਕੋਲ ਨਾ ਹੋਵੇ। ਕਥਾ ਕੀਰਤਨ ਸੁਣਨ ਦਾ ਪਿਆਰਿਓ ਤਾਂ ਲਾਭ ਹੈ ਜੇ ਮੇਰੇ ਮਨ ਚੋਂ ਦੁਬਿਧਾ ਖਤਮ ਹੋ ਜਾਏ, ਇਹ ਪੂਰਨ ਭਰੋਸਾ ਹੋ ਜਾਏ ਜਾਂ ਕੇ ਸਮ ਨਹੀਂ ਕੋਈ। ਜਾਂ ਕੇ ਦਾ ਮਤਲਬ ਜਿਸ ਦੇ, ਸਮ ਦਾ ਮਤਲਬ ਹੈ ਬਰਾਬਰ, ਨਾ ਹੀ ਕੋਈ। ਇਹ ਸੌਖੇ ਸ਼ਬਦ ਨੇ, ਕੀ ਸਮਝਦੇ ਹੋ? ਜਿਹਦੀ ਬਰਾਬਰਤਾ ਕਰਨ ਵਾਲਾ ਹੋਰ ਕੋਈ ਨਾ ਹੋਵੇ, ਜਿਹਦੇ ਬਰਾਬਰ ਹੋਰ ਕੋਈ ਨਾ ਹੋਵੇ। ਜਦੋਂ ਮੈਨੂੰ ਇਹ ਯਕੀਨ ਬਣ ਗਿਆ, ਫਿਰ ਭਟਕਣਾ ਕਿਸ ਗੱਲ ਦੀ? ਫਿਰ ਮੈਂ ਕਿਉਂ ਇੱਕ ਦੇ ਨਾਲ ਨਹੀਂ ਜੁੜਾਂਗਾ? 567 ਵਾਰੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਓਂਕਾਰ ਉਚਾਰਨ ਕਰਕੇ ਦਿੱਤਾ ਸਾਨੂੰ। ਗੁਰੂ ਅਰਜਨ ਪਾਤਸ਼ਾਹ ਜੀ ਨੇ ਜਿਹੜਾ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ 567 ਵਾਰੀ ਲਿਖਿਆ ਹੋਇਆ ਹੈ। ਤੇ ਜਿਹੜਾ ਵੈਸੇ ਕਰਕੇ ਆਇਆ ਹੋਇਆ, ਜਿਵੇਂ ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਉਹਦੇ 'ਚ ਇੱਕੋ ਹੀ ਸ਼ਬਦ ਵਿੱਚ 13 ਵਾਰੀ ਇੱਕ ਦਾ ਜ਼ਿਕਰ ਹੈ। ਇੱਕ ਸ਼ਬਦ ਵਿੱਚ ਗੁਰੂ 13 ਵਾਰੀ, ਅਸ਼ਟਪਦੀ ਦਾ ਸਿਰਫ ਇੱਕ ਪਦਾ ਹੈ, ਇੱਕ ਪਦੇ ਵਿੱਚ 13 ਵਾਰੀ, ਹਜ਼ਾਰਾਂ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ। ਸਹਿ ਵੀਕੈ ਫਿਰ ਵੀ ਕਿਵੇਂ ਦੁਬਿਧਾ 'ਚ ਪੈ ਗਿਆ। ਇਹ ਸ਼ਲੋਕ ਆਖਰੀ ਹੈ, ਇਹ ਨਿਰਣਾ ਹੈ, ਇਹ ਮੰਜ਼ਲ ਹੈ। ਜਿਸ ਦਿਨ ਇਹ ਯਕੀਨ ਹੋ ਗਿਆ, ਫਿਰ ਉਸ ਦਿਨ ਕਿਸੇ ਧਾਗੇ ਤਵੀਤਾਂ ਦੀ ਲੋੜ ਨਹੀਂ ਰਹਿਣੀ, ਕਿਸੇ ਦੇਹਧਾਰੀ ਦੀ ਲੋੜ ਨਹੀਂ ਰਹਿਣੀ, ਕਿਸੇ ਭਟਕਣਾ ਦੀ ਲੋੜ ਨਹੀਂ ਰਹਿਣੀ। ਰਾਮ ਨਾਮ ਉਰ ਮੈਂ ਗਇਓ, ਜਾਂ ਕੈ ਸਮ ਨਹੀਂ ਕੋਈ, ਜਿਹਦੇ ਬਰਾਬਰ ਹੋਰ ਕੋਈ ਵੀ ਨਹੀਂ। ਇੱਕ ਥਾਂ ਦੇ ਉੱਤੇ ਲੋਕ ਇਕੱਠੇ ਹੋਈ ਖੜੇ ਨੇ। ਇੱਕ ਸਿਆਣਾ ਜਿਹਾ ਬੰਦਾ ਆਇਆ, ਹੱਥ ਵਿੱਚ ਉਹਦੇ ਇੱਕ ਵਾਲਟ ਹੈ, ਇੱਕ ਛੋਟਾ ਜਿਹਾ ਬਟੂਆ ਉਹਦੇ ਹੱਥ ਵਿੱਚ। ਉੱਚੀ ਉੱਚੀ ਰੌਲਾ ਪਾ ਰਿਹਾ ਵੀ ਕਿਸੇ ਦਾ ਬਟੂਆ ਹੋਵੇ। ਵਿੱਚ ਇੱਕ ਇਕੱਲੀ ਫੋਟੋ ਹੈ। ਇੱਕ ਬਜ਼ੁਰਗ ਬੋਲਿਆ, ਕਹਿੰਦਾ ਭਲਿਆ ਇਹ ਮੇਰਾ ਹੈ। ਪੈਸੇ ਹੁੰਦੇ ਤੇ ਸ਼ਾਇਦ ਕਈ ਹੋਰ ਉੱਠ ਕਰ ਲਾਉਂਦੇ, ਪਰ ਇਕੱਲੀ ਫੋਟੋ ਸੀ। ਉਹ ਕਹਿਣ ਲੱਗੇ ਮੇਰਾ ਹੈ। ਕਹਿਣ ਲੱਗੇ ਠੀਕ ਹੈ, ਦੱਸ ਸਕਦਾ ਵੀ ਫੋਟੋ ਕਿਹਦੀ ਹੈ? ਉਹਨੇ ਨਾਂ ਲਿਆ। ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ। ਕਹਿਣ ਲੱਗੇ ਤੂੰ ਉਹਦੀ ਫੋਟੋ ਕਿਉਂ ਰੱਖੀ ਹੋਈ ਹੈ? ਬਜ਼ੁਰਗ ਦੀਆਂ ਅੱਖਾਂ 'ਚ ਪਾਣੀ ਆ ਗਿਆ। ਕਹਿਣ ਲੱਗੇ ਮੈਂ ਵੀ ਲੋਕਾਂ ਵਾਂਗੂ ਹੀ ਕੀਤਾ ਸੀ। ਛੋਟੀ ਉਮਰ ਵਿੱਚ ਹੁੰਦਾ ਬੰਦਾ ਆਪਣੇ ਮਾਂ-ਬਾਪ ਦੀ ਫੋਟੋ ਰੱਖਦਾ ਹੈ। ਵਿਆਹਿਆ ਗਿਆ, ਘਰ ਵਾਲੀ ਜਾਂ ਘਰ ਵਾਲੀ ਦੀ ਫੋਟੋ ਹੁੰਦੀ ਹੈ। ਫਿਰ ਬੱਚੇ ਹੋ ਗਏ, ਬੱਚਿਆਂ ਦੀ ਫੋਟੋ ਹੁੰਦੀ ਹੈ। ਫਿਰ ਹੋਰ ਵੱਡਾ ਹੋ ਗਿਆ, ਪੋਤੇ ਪੋਤੀਆਂ ਦੀ ਫੋਟੋ ਹੁੰਦੀ ਹੈ। ਥੋੜਾ ਜਿਹਾ ਸਮਾਂ ਜਵਾਨੀ ਪਹਿਰੇ ਚੱਪਣੀ ਵੀ ਲਾ ਲੈਂਦੇ। ਪਰ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਫੋਟੋ ਰੱਖੀ, ਤੁਸੀਂ ਪੋਤੇ ਪੋਤੀਆਂ ਦੀ ਨਹੀਂ। ਕਹਿਣ ਲੱਗਿਆ ਇੱਕ ਦਿਨ ਮੈਨੂੰ ਵੀ ਇਸ ਭਰਮ ਵਿੱਚੋਂ ਕੱਢਿਆ ਸੀ ਗੁਰੂ ਨੇ। ਮੇਰਾ ਐਕਸੀਡੈਂਟ ਹੋ ਗਿਆ ਸੀ, ਮੈਂ ਬੇਹੋਸ਼ ਹੋ ਗਿਆ। ਮੈਂ ਬਿਸਤਰ ਤੇ ਪਿਆ, ਬੋਲ ਨਹੀਂ ਸਕਦਾ ਪਰ ਸੁਣ ਸਭ ਕੁਝ ਸਕਦਾ ਸੀ। ਮੇਰੇ ਧੀਆਂ ਪੁੱਤ, ਮੇਰੇ ਪੋਤੇ ਪੋਤੀਆਂ ਮੇਰੇ ਕੋਲ ਖਲੋ ਕੇ ਮੇਰੀ ਜ਼ਮੀਨ ਜਾਇਦਾਦ ਦੀਆਂ ਗੱਲਾਂ ਕਰਦੇ ਨੇ। ਡਾਕਟਰ ਨੂੰ ਵਾਰ-ਵਾਰ ਪੁੱਛਦੇ ਨੇ ਵੀ ਕਿੰਨੇ ਕੁ ਦਿਨ ਚੱਲੇਗਾ ਹੋਰ, ਹੁਣ ਕਿਹੜੇ ਨੇ ਮੁੜ ਕੇ ਜਵਾਨ ਹੋਣਾ ਹੈ, 4 ਦਿਨਾਂ ਦੀ ਕਹਾਣੀ ਹੈ। ਮੇਰੀ ਕੋਈ ਜੀਵਨ ਦੀ ਗੱਲ ਨਹੀਂ ਸੀ ਕਰਦਾ, ਸਾਰੇ ਮੇਰੀ ਮੌਤ ਨੂੰ ਉਡੀਕਦੇ ਸਨ। ਜਦੋਂ ਕੁਝ ਬਿਨਾਂ ਸਹਾਰਾ ਬਣਿਆ ਤੇ ਮੈਨੂੰ ਚੇਤਾ ਆ ਗਿਆ, ਮਨਾ
गुरुद्वारे तो रोज आवाज आया करती सी, जो सुख को चाहे सदा शरण राम की ले। बार बार आवाज आती सी, जां को मुश्किल अत बने ढोई कोई ना दे, लागू होए दुश्मना साख भी भज खले, सबो भजे आसरा चुके सब असराओ, चित आवे उस पार ब्रह्म लगे ना तत्ती वाओ। मैनू उदों चेता आ गया, मैं क्या सच्चे पातशाह अज तक ते मैं मन्निया नहीं सी, पर अज मेरी सराहने कोल खलो के गल्लां करन वाले, मेरी जमीन जायदाद मेरी धन दौलत दीयां गल्लां करदे ने, मैनू अज पता लग्या सेहत ते मेरी ठीक हो गई, पर मैं हुण अपने बटुए विचों सारे कट दिते। हुण वो जो है, जां कै सम नहीं कोई, जिहदे बराबर कोई भी नहीं है। वो कहन लग्या, बाबा जी बुरा ना मनावे, फोटो मैनू दे दे। कहंदे पुत तू ले ले। कहंदे तू की करेंगा? कहंदे हुण मैं ते दिल च ही वसा ली है ना, हुण मैं बटुए तो भी अगे चला गया, मैं ते दिल च ही वसा ली है। पता लग गया मना तेरा सच्चा साथी केवल इहो ही है। गुरुद्वारा साहब आके बाणी सुनन दा इहो ही तो अंतर है ना। देखो मुसलमान जाता है, अपनिया निश्चित नमाज़ां पढ़ के आ जाता है, हिंदू वीर जाता पूजा करके आ जाता है, पर सिख कदे नहीं कह सकता भी मैनू निश्चित हुक्मनामा सुनाओ, मैनू आह वाला हुक्मनामा ही सुनाओ, कदे नहीं कह सकता। ये गुरुद्वारा साहब जाता है, अपनिया भावनावां गुरु नूं दसदा है, फिर गुरु के हुक्म की उड़ीक करता है भी गुरु ने की हुक्म दिता है। ये चुन के नहीं कह सकता भी मैनू आह हुक्म दिओ, मैं तो बहुत अमीर है तो मैं गरीबां गुरूबां वालियां गल्लां नहीं सुननियां चाहुंदा, ऐसा नहीं हो सकता। एक ही फर्क है। इत्थे आके इहनूं सोझी आउंदी है, गुरु घर आउण दा अर्थ ही ये है भी मैं इतों रोज़ कुछ ना कुछ सीख के जावां। ये नहीं भी असीं अपने घरोगी रिश्ते कौड़े कर लेने, ये नहीं भी रिश्तेदारियां छड्ड देनियां, नहीं, उन्हां दे फर्ज उवें ही निभाउणे ने, पर यह समझ लेना भी तेरा सच्चा साथी कौन है। राम नाम उर मैं गए हो, जां कै सम नहीं कोए, जे सिमरत संकट मिटै। जिहदा सिमरन करिया, जिहदी याद विच समा बिताया, तेरी जिंदगी दे संकट मिटणगे। शब्दां वल फिर ख्याल करियो, मैं एक बारी फिर पढ़ना चाहुंदा, जे सिमरत संकट मिटै। ये नहीं कहा भी संकट आउणगे, नहीं, ये नहीं कहा, जिंदगी का सफर है, आउणगे पर मिटते चले जाणगे, कोई अपनी छाप नहीं छड्डेगा। मिटण का अर्थ की हुंदा है? तुसीं आप बैठे हो, सियाणे बैठे हो, कदे सोच के देखो, सानू महीना, 2 महीने, साल, 10 साल सुख च गुजर जाण, तुसीं याद करो तुहानू एक भी रात याद नहीं होवेगी, पर एक रात बंदे ने हस्पताल च कट्टी होवे, उन्होंने सारी जिंदगी नहीं भुलदी। हैरानी की गल है, 10 साल दियां रातां नहीं इहनूं याद एक भी, पर एको ही रात उन्होंने सारी जिंदगी नहीं भुलदा, क्योंकि संकट वाली जिहड़ी घड़ी है ना, वो छाप छड्ड जांदी, वो मिटदी नहीं है मुड़ के। जे सिमरत संकट मिटै, पता ही नहीं होवेगा तैनूं भी संकट भी कदे आया सी। वो संकट मिटाउण दा ढंग सिर्फ आई है। एक पल मैं तुहाडा ध्यान फिर गुरु ग्रंथ साहिब जी की बुक्कल विच ले जाना चाहुंदा है, तवज्जो दे के समझियो। किसी कोल 10 साल का, किसी कोल 50 साल का, किसी कोल 100 साल का, किसी कोल 2 सदियां का तजर्बा होएगा। अज का जमाना है, बंदा निक्की निक्की गल ते मोटीवेटरां कोल जांदा है, हर गल ते उन्हां कोल जांदा है, उन्हां तो मोटिवेशन लैंदा है। ते मैं हैरान है, आ गुरु ग्रंथ साहिब च सदियां दा, युगां दा तजर्बा
युगां दा एक्सपीरियंस, युगां दा इहदे कोल हल इहदे कोल है, गुरु ग्रंथ साहिब दे कोल। फिर भी बंदा गुरु ग्रंथ साहिब ते यकीन नहीं करता। मैं थोड़े ਜਿਹੇ दृष्टांत देने चाहना। तजर्बा किस गल दा भी ਜਿਹਦੇ ते भी संकट बनिया सी ਉਹਨੇ नाम ਦਾ सहारा लिया सी ते ਉਹਦਾ संकट हल होया। पर उवें दा प्यार बना के फिर उवें दी अवस्था विच जीव के देखी, फिर संकट मिटेगा। ये नहीं बई मैं जबानों कही जावां ते जीवन का सुधार कोई ना करूं। हुण इत्थे युगां दा तजर्बा पिया है। प्रहलाद नूं देख लो, एक पासे बाप है, किन्नियां फौजां ने, किन्ना सारा कुछ है, दूजे पासे कल्ला प्रहलाद, वो भी बच्चा। गुरु रामदास जी का लिखिया है, तुसीं रोज़ पढ़ते हो। हर जुग जुग भगतो पाया, पैज रखदा आया राम राजी। हर नाकश दुष्ट हर मारिया, प्रहलाद तराया। होया ना संकट हल। ध्रुव दा ले लो, गणका दा ले लो, अजामल दा ले लो, जुग बीत गए। नामदेव जी दा ले लो, मां तक तरले कर दी है, मां तक तरले बेनती कर दी है। रुदन करे नामे की माए, छोड़ राम की ना भजै खुदाए। ना हूं तेरा पूंगड़ा ना तू मेरी माए, पिंड पड़े तो हर गुण गाए। वक्त दा हाकम होवे, कल्ला नामदेव होवे, पर अज जय जयकार ते उन्हां दी हो रही है ना। गुरु अर्जन पातशाह जी आखदे ने, गोबिंद 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 संग नाम देओ मन लीना। आड़ दाम कोशी परो होयो लखीना। की सी उहदे कोल? नाम ही तां सी पना। किसे दा इतिहास देख लो तुसीं। गुरु नानक साहिब जी मक्के जांदे ने, उत्थे कतल तक कर देंदे ने। कोई गैर मुसलमान तो उत्थे पैर पा दे। काहदा सहारा है गुरु नानक साहिब कोल? हों जपिया परमेश्वरो, मेरे कोल केवल नाम है। गुरु अर्जन पातशाह जी तत्तियां तवियां ते भाणा मिठा करके मान रहे ने। किस गल दा आसरा है? सिर्फ नाम दा ही तां है, रब्बी गुणां दा ही तां है। मना तेनू क्यों नहीं यकीन आउंदा? गुरु गोबिंद सिंह जी, तुसीं सोच के देखो, जिहदा एडा साडे कारो विहारां विच घाटे पै जांदे ने ते असीं इन्ने डामाडोल हो जाने। बहुत वारी तां ऐसे डिप्रैशन विच गए हुए लोकां ने अपने परिवार खत्म कर ले। गुरु गोबिंद सिंह नूं पुछ के देखो दातिया, तेरे बापू दी वसाई नगरी, तेरा परिवार, जवान पुत जिन्हां दे विआह शादियां करन दे वक्त सी तो उन्हां दीयां लाशां दे कोल दी लंघ आए हैं। जिंदगी दे किसे भी मोड़ उत्ते देखिया, तेरी अख नूं कदे गिल्ली नहीं वेखिया, तेरी अख विच कदे अथरू नहीं वेखिया। तेरे कोल की सी? वो कहंदे पुत्त मैं तेनू उही ते दसना है भी ओहदे नाल ही तू जुड़दा नहीं है। मेरे कोल कल्ला नाम ही सी। दो दृष्टांत मैं होर देने चाहुंदा, तवज्जो दे के समझियो। आप ते सहारा लिया ही है। छेवें पातशाह दे वेले पैंदे खां गुरु घर दा सेवक सी। इहदे मापे चढ़ाई करके सन, इहनूं गुरु हरगोबिंद साहिब नहीं पालिया सी। वो गुरु घर दा विरोधी हो गया, गुरु नाले लड़न आ गया। जदों लड़दियां बेहोश होके डिगे धरती ते, गुरु हरगोबिंद साहब ने गोद विच ले लिया, सीने नाल ला लिया। कहन लगे, तेरे कोल वक्त है, तू अल्लाह दा नाम ले ले, परमेश्वर दा नाम ले ले, हाले भी नाम ले ले। जिन्हें आप समुची जिंदगी च संकट दे वेले रब दा नाम लिया, उन्हें अपने बैरी नूं भी ये गल कही, अपने दुश्मन नूं भी ये गल कही जिहड़ा चढ़ के आया सी भी तेरे कोल जिन्ने सवास बाकी ने वो भी हाय हाय करन दी बजाय तू रब दा नाम ले ले। दूजी उदाहरण, गुरु गोबिंद सिंह सच्चे पातशाह जी दे
ਨੰਦੇੜ ਸਾਹਿਬ, ਹਜ਼ੂਰ ਸਾਹਿਬ ਆਖਰੀ ਦਿਨਾਂ ਦੇ ਵਿੱਚ ਸਤੰਬਰ ਦੇ ਮਹੀਨੇ ਵਜ਼ੀਰ ਖਾਂ ਵੱਲੋਂ ਭੇਜੇ ਹੋਏ 2 ਪਠਾਨ, ਜਮਸ਼ੈਦ ਖਾਂ ਤੇ ਗੁੱਲ ਖਾਂ, ਉਹਨਾਂ ਵਿੱਚੋਂ ਇੱਕ ਨੇ ਛੁਰਾ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਿਆ। ਛੁਰਾ ਬਹੁਤ ਗਹਿਰਾ ਵੱਜ ਗਿਆ। ਜਦੋਂ ਛੁਰਾ ਵੱਜਿਆ ਤੇ ਆਪਣਾ ਚੋਲਾ ਲੱਥਪੱਥ ਹੋ ਗਿਆ। ਉਹ ਜਦੋਂ ਛੁਰਾ ਮਾਰ ਕੇ ਭੱਜਣ ਲੱਗਾ, ਹਜ਼ੂਰ ਨੇ ਉਹਦੇ ਚੋਲੇ ਨੂੰ ਹੱਥ ਪਾਇਆ, ਚੋਲਾ ਖਿੱਚ ਕੇ ਵਾਪਸ ਕਰ ਲਿਆ ਤੇ ਆਪਣੇ ਕੋਲ ਗੜਬਾ ਪਿਆ ਸੀ, ਗੜਬਾ ਹੀ ਉਹਦੇ ਸਿਰ 'ਚ ਮਾਰਿਆ। ਜਦੋਂ ਗੜਬਾ ਵੱਜਿਆ ਤੇ ਉਹਦੀ ਜ਼ੁਬਾਨੋਂ ਨਿਕਲ ਗਿਆ, ਹਾਏ ਅੰਮਾ। ਸਤਿਗੁਰੂ ਨੇ ਉਦੋਂ ਵੀ ਕਿਹਾ, ਉਹ ਕਹਿੰਦੇ ਹਾਏ ਅੰਮਾ ਕਹਿਣ ਦਾ ਵਕਤ ਨਹੀਂ ਕਮਲਿਆ, ਹਾਏ ਖੁਦਾ ਕਹਿ ਲੈ। ਸੱਚ ਕਰਕੇ ਜਾਣਿਓ, ਅੱਜ ਦਾ ਮਨੁੱਖ ਕਿੰਨਾ ਭਟਕਿਆ। ਕਿੰਨੇ ਪੜ੍ਹੇ ਲਿਖੇ ਲੋਕਾਂ ਦੇ ਗੁੱਟ ਭਰੇ ਪਏ ਨੇ ਧਾਗਿਆਂ ਨਾਲ। ਪੜ੍ਹੇ ਲਿਖੇ ਲੋਕ ਨੇ, ਗੁੱਟ ਭਰੇ ਪਏ ਨੇ, ਉਂਗਲਾਂ ਭਰੀਆਂ ਪਈਆਂ ਨੇ। ਆਹ ਫਲਾਣੇ ਗ੍ਰਹਿ ਦੀ ਹੈ, ਆਹ ਫਲਾਣੇ ਗ੍ਰਹਿ ਦੀ ਮੁੰਦਰੀ ਹੈ, ਫਲਾਣੇ ਗ੍ਰਹਿ ਦੀ ਮੁੰਦਰੀ ਹੈ। ਉਹ ਕਮਲਿਆ ਪੱਥਰਾਂ ਦੇ ਯੁੱਗ ਵਿੱਚੋਂ ਨਿਕਲ ਕੇ ਆ ਗਏ ਹੈ। ਹੁਣ ਪੱਥਰ ਯੁੱਗ ਨਹੀਂ ਹੈ, ਹੁਣ ਵਿਦਿਆ ਦਾ ਯੁੱਗ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਜਿਨ੍ਹਾਂ ਦੀ ਵੀ ਬਾਣੀ ਦਰਜ ਹੈ, ਜਿਨ੍ਹਾਂ ਦੀਆਂ ਵੀ ਉਦਾਹਰਨਾਂ ਨੇ, ਉਹ ਮੁੰਦੀਆਂ ਛੱਲਿਆਂ ਵਾਲਿਆਂ ਦੀਆਂ ਉਦਾਹਰਨਾਂ ਨਹੀਂ ਹੈ, ਉਹ ਧਾਗੇ ਤਵੀਤਾਂ ਵਾਲਿਆਂ ਦੀਆਂ ਉਦਾਹਰਨਾਂ ਨਹੀਂ ਹੈ। ਉਹ ਇਹਨਾਂ ਦੀਆਂ ਉਦਾਹਰਨਾਂ ਨੇ, ਰਾਮ ਨਾਮ ਉਰ ਮੈਂ ਗਏ ਹੋ ਜਾਂ ਕੇ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ। ਜਿਹਦੀ ਇਬਾਦਤ ਕਰਿਆ ਸੰਕਟ ਮਿਟ ਜਾਂਦੇ ਨੇ। ਭਾਈ ਗੁਰਦਾਸ ਜੀ ਦੇ ਕੁਝ ਬੋਲ ਕਵਾਂ। ਬੜਾ ਪਿਆਰਾ ਬਚਨ ਹੈ ਭਾਈ ਗੁਰਦਾਸ ਜੀ ਦਾ। ਚਿੰਤਾ ਮਨ ਚਿਤਵਤ ਚਿੰਤਾ ਚਿਤ ਤੇ ਚੁਰਾਈ। ਸ਼ਬਦਾਵਲੀ ਥੋੜੀ ਔਖੀ ਹੈ। ਉਹ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਹਾਂ। ਚਿੰਤਾ ਮਨ ਚਿਤਵਤ ਚਿੰਤਾ ਚਿਤ ਤੇ ਚੁਰਾਈ, ਅਜੋਨੀ ਅਰਾਤੇ ਜੋਨ ਸੰਕਟ ਕਟਾਏ ਹੈ। ਮੈਂ ਉਹਦਾ ਨਾਮ ਜਪਿਆ, ਉਹ ਜੂਨੀਆਂ 'ਚ ਨਹੀਂ ਆਉਂਦਾ ਤੇ ਮੇਰੇ ਵੀ ਜੀਵਨ ਦੀ ਭਟਕਣਾ ਮੁੱਕ ਗਈ। ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ, ਭਾਗਿਓ ਭੇਦ ਖੇਟ ਨਿਰਭੇਦ ਗੁਣ ਗਾਏ ਹੈ। ਮੇਰੇ ਜੀਵਨ ਵਿੱਚੋਂ ਭੇਦ ਭਾਵ ਮਿਟ ਗਏ ਸਾਰੇ, ਅਕਾਲ ਨੂੰ ਜਪਦੇ ਹਾਂ। ਸਿਮਰਤ ਨਾਥ ਨਿਰਵੈਰ ਵੈਰ ਭਾਉ ਤਿਆਗਿਓ। ਨਿਰਵੈਰ ਨੂੰ ਜਪਦੇ ਆ, ਮੈਂ ਵੈਰ ਤਿਆਗ ਦਿੱਤਾ ਹੈ। ਸਿਮਰਤ ਨਾਥ ਨਿਰਵੈਰ ਵੈਰ ਭਾਉ ਤਿਆਗਿਓ, ਭਾਗਿਓ ਭੇਦ ਖੇਡ ਨਿਰਭੇਦ ਗੁਣ ਗਾਏ ਹੈ। ਭੇਦ ਭਾਵਨਾ ਖਤਮ ਹੋ ਗਈ। ਅਕੁਲ ਅੰਚੁਲ ਗਏ, ਅੰਚੁਲ ਪੱਲਾ। ਜਦੋਂ ਦਾ ਮੈਂ ਰੱਬ ਦੀ ਕੋਈ ਕੁੱਲ ਨਹੀਂ, ਜਦੋਂ ਦਾ ਮੈਂ ਉਹਦਾ ਪੱਲਾ ਪਕੜਿਆ। ਅਕੁਲ ਅੰਚੁਲ ਗਏ ਕੁੱਲ ਨਾ ਵਿਚਾਰੇ ਕੋ। ਮੇਰੀ ਵੀ ਹੁਣ ਕੋਈ ਕੁੱਲ ਨਹੀਂ ਵਿਚਾਰਦਾ। ਅਟਲ ਸ਼ਰਨ ਆਵਾ ਗਵਨ ਮਟਾਏ ਹੈ। ਉਹ ਅਟਲ ਹੈ, ਕਦੇ ਡੋਲਦਾ ਨਹੀਂ, ਤੇ ਮੇਰੇ ਵੀ ਜੀਵਨ ਵਿੱਚੋਂ ਡੋਲਣਾ ਖਤਮ ਹੋ ਗਈ। ਰਾਮ ਨਾਮ ਉਰ ਮੈਂ ਗਏਹੋ ਜਾਂ ਕੇ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ। ਉਹ ਆਪ ਸੰਕਟ ਵਿੱਚ ਨਹੀਂ ਆਉਂਦਾ। ਕਬੀਰ ਸਾਹਿਬ ਦਾ ਬਚਨ ਕਹਿ ਕੇ ਸਮਾਪਤੀ ਕਰਾਂ। ਸੰਕਟ ਨਹੀਂ ਪਰੈ ਜੋਨ ਨਹੀਂ ਆਵੇ, ਨਾਮ ਨਿਰੰਜਨ ਜਾਂ ਕੋ ਰੇ। ਕਬੀਰ ਕੋ ਸੁਆਮੀ ਐਸੋ ਠਾਕੁਰ ਜਾਂ ਕੇ ਮਾਈ ਨਾ ਬਾਪੋ ਰੇ। ਜਿਹੜੇ ਆਪ ਹੀ ਸੰਕਟਾਂ ਵਿੱਚ ਫਸੇ ਹੋਏ ਨੇ, ਕੋਈ ਫਰਿੱਜ 'ਚ ਲੱਗਿਆ ਪਿਆ ਹੈ, ਕੋਈ ਕਿਸੇ ਜੇਲ੍ਹ ਵਿੱਚ ਬੈਠਾ ਹੈ, ਕੋਈ ਵਕੀਲ ਕਰਦਾ ਫਿਰਦਾ ਹੈ, ਕੋਈ ਆਪਣੀ ਗੱਦੀ ਨੂੰ ਬਚਾਉਂਦਾ ਫਿਰਦਾ ਹੈ, ਕਿਧਰੇ ਗੋਲੀਆਂ ਚੱਲਦੀਆਂ ਫਿਰਦੀਆਂ ਨੇ। ਤੇ ਉਹ ਜਿਹੜੇ ਖੁਦ ਹੀ ਸੰਕਟ ਵਿੱਚ ਨੇ, ਉਹ ਤੇਰਾ ਕੀ ਸੰਕਟ 'ਚ ਕੱਟਣਗੇ ਮਨਾ। ਯਕੀਨ ਕਰ, ਦਰਸ਼ ਤੁਹਾਰੋ ਹੋਏ। ਕਹਿੰਦੇ ਕਹਿਣ ਦੀਆਂ ਗੱਲਾਂ ਨਹੀਂ, ਮੈਂ ਰੱਬ ਦੇ ਦਰਸ਼ਨ ਕਰ ਲਏ। ਗੁਰੇ ਦਿਖਾਇਓ ਲੋਏ ਨਾ, ਈਟੈ ਊਟੈ ਘਟ 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 ਘਟ, ਤੂੰ ਹੀ ਮੋਹੇ ਨਾ। ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਆਨ ਨਾ ਸੰਸਰ ਕੋ ਲਾਗੇ ਢੂੰਡ ਰਹੀ ਹਮ ਮੂਚਾ।
ਇਹ ਪ੍ਰਾਪਤੀਆਂ ਨੇ ਉਸ ਮਨੁੱਖ ਦੀਆਂ ਜਿਹਨੇ ਰੱਬੀ ਗੁਣ ਗਾਏ। ਆਓ ਪਿਆਰਿਓ, ਗੁਰੂ ਚਰਨਾਂ ਵਿੱਚ ਜੁੜ ਕੇ ਮਾਲਕ ਦੇ ਗੁਣਾਂ ਨੂੰ ਹਿਰਦੇ 'ਚ ਵਸਾਈਏ, ਫਿਰ ਸਾਨੂੰ ਵੀ ਇਹ ਪ੍ਰਾਪਤੀ ਹੋਵੇਗੀ। ਰੱਬ ਦਾ ਨਾਮ ਹਿਰਦੇ 'ਚ ਵਸੇਗਾ, ਜਿਹਦੀ ਬਰਾਬਰਤਾ ਕੋਈ ਨਹੀਂ ਕਰਦਾ, ਜਿਹਦੇ ਜਪਿਆਂ ਸੰਕਟ ਮਿਟ ਜਾਂਦੇ ਨੇ, ਰੱਬੀ ਦੀਦਾਰ ਹੋ ਜਾਂਦੇ ਨੇ। ਭੁੱਲਾਂ ਦੀ ਖਿਮਾ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।